ਜਿਹੜੇ ਰੈਫਿਊਜੀ ਆ ਉਹਨਾਂ ਦਾ ਕੋਈ ਚੋਇਸ ਨਹੀਂ, ਉਹਨਾਂ ਦੀ ਜਾਨ ਨੂੰ ਖਤਰਾ। ਪਰ ਜਿਹੜੇ ਇਮੀਗ੍ਰੈਂਟ ਆ ਉਹਨਾਂ ਦਾ ਚੋਇਸ ਆ ਤੇ ਤੁਹਾਨੂੰ ਇੱਕਦਮ ਬੈਨ ਕਰ ਸਕਦੇ ਆ। ਤੁਸੀਂ ਇਮੀਗ੍ਰੇਸ਼ਨ ਨੂੰ ਬਿਲਕੁਲ ਨਹੀਂ ਝੂਠ ਬੋਲ ਸਕਦੇ ਜੀ। ਜੇ ਝੂਠ ਬੋਲੋ ਉਹਨੂੰ ਕਹਿੰਦੇ ਮਿਸਰੈਪ੍ਰੈਜ਼ੈਂਟੇਸ਼ਨ ਤੁਸੀਂ ਕੀਤੀ ਆ। ਪੋਲੀਟੀਕਲ ਵਿਊ ਆ ਜਿਹੜੇ ਬੇਸ ਤੇ ਉਹਨਾਂ ਦੇ ਅਗੇਂਸਟ ਡਿਸਕ੍ਰਿਮੀਨੇਸ਼ਨ ਹੁੰਦੀ ਆ ਜਾਂ ਉਹਨਾਂ ਨੂੰ ਖਤਰਾ ਹੈਗਾ ਉਸ ਕੰਟਰੀ 'ਚ ਜੀ, ਧਰਮ ਦੇ ਬੇਸ ਤੇ ਜਾਂ ਪੋਲੀਟੀਕਲ ਵਿਊ ਦੇ ਬੇਸ ਤੇ ਜਾਂ ਤੁਹਾਡੀ ਕੋਈ ਨੈਸ਼ਨੈਲਿਟੀ ਆ। ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਸ਼ਮੀਨ ਕੌਰ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਅੱਜ ਦੇ ਸਾਡੇ ਇਸ ਖਾਸ ਐਪੀਸੋਡ ਵਿੱਚ ਅਸੀਂ ਜੁੜ ਚੁੱਕੇ ਹਾਂ ਕੁਲਦੀਪ ਝੱਗਰ ਜੀ ਨਾਲ, ਜੋ ਕਿ ਲੋਅਰ ਮੇਨਲੈਂਡ ਏਰੀਆ ਤੋਂ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਨੇ। ਅੱਜ ਅਸੀਂ ਉਹਨਾਂ ਨਾਲ ਗੱਲ ਕਰਨ ਜਾ ਰਹੇ ਹਾਂ ਇੱਕ ਉਸ ਸੈਕਸ਼ਨ ਦੀ ਇਮੀਗ੍ਰੇਸ਼ਨ ਦੇ ਜੋ ਕਿ ਲੀਸਟ ਨੋਨ ਟੂ ਐਵਰੀਬਾਡੀ ਹੈ। ਕਾਮਨ ਬੰਦੇ ਨੂੰ ਸ਼ਾਇਦ ਉਹਦੇ ਬਾਰੇ ਜ਼ਿਆਦਾ ਇਨਫੋਰਮੇਸ਼ਨ ਨਾ ਹੋਵੇ। ਅਸੀਂ ਗੱਲ ਕਰਨ ਜਾ ਰਹੇ ਹਾਂ ਰੈਫਿਊਜੀਜ਼ ਤੇ ਉਹਨਾਂ ਦੇ ਸਟੇਟਸ ਦੀ ਇਨ ਕੈਨੇਡਾ। ਕੀ ਹੈ ਇਹ ਟਰਮ ਔਰ ਕਿਸ ਤਰ੍ਹਾਂ ਤੁਸੀਂ ਇਸ ਸਟੇਟਸ ਨੂੰ ਕਲੇਮ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਰਸ਼ਮੀ ਜੀ। ਵੈਲਕਮ ਟੂ ਆਵਰ ਸਟੂਡੀਓ। ਵੀ ਆਰ ਸੋ ਹੈਪੀ ਟੂ ਹੈਵ ਯੂ ਹੇਅਰ। ਥੈਂਕ ਯੂ ਫॉर ਹੈਵਿੰਗ ਮੀ। ਤੇ ਕੁਲਦੀਪ ਜੀ, ਜਿਵੇਂ ਅਸੀਂ ਆਲਰੇਡੀ ਮੈਂਸ਼ਨ ਕਰਤਾ ਹੈ ਕਿ ਅਸੀਂ ਅੱਜ ਰੈਫਿਊਜੀਜ਼ ਤੇ ਉਹਨਾਂ ਦੇ ਸਟੇਟਸ ਬਾਰੇ ਗੱਲ ਕਰਨ ਜਾ ਰਹੇ ਹਾਂ ਇਨ ਕੈਨੇਡਾ ਜੀ। ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਬੇਸਿਕ ਟਰਮ ਤੋਂ ਕਿ ਇਹ ਰੈਫਿਊਜੀ ਟਰਮ ਹੈ ਕੀ, ਕਿੱਥੋਂ ਆਈ ਹੈ, ਕਿਸ ਤਰ੍ਹਾਂ ਦੇ ਰੈਫਿਊਜੀਜ਼ ਹੁੰਦੇ ਨੇ ਔਰ ਜੇ ਬਾਕੀ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਤੋਂ ਕਿਵੇਂ ਡਿਫਰੈਂਟ ਪਾਏ ਜਾਂਦੇ ਨੇ। ਹਾਂਜੀ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਰਸ਼ਮੀ ਜੀ। ਰਾਈਟ ਨਾਓ ਇਸ ਦੁਨੀਆ 'ਚ 117 million refugees are. Canada takes in a few thousand. A few years ago, Germany ne over 1 million Syrian refugees Germany che unhone accept kite. So is dunia da bahut bada problem a refugees da. So do type hage refugees. Ek jinu kende convention refugees. ਉਹ ਰੈਫਿਊਜੀ ਬਣਦੇ ਆ ਜੇ ਕੋਈ ਉਹਨਾਂ ਦੇ ਰੇਸ ਦੇ ਹਿਸਾਬ ਨਾਲ, ਜਿਹਦਾ ਕਹਿੰਦੇ ਨਸਲ, ਜਾਂ ਉਹਨਾਂ ਦੇ ਕੋਈ ਧਰਮ ਦੇ ਬੇਸ ਤੇ, ਜਾਂ ਉਹਨਾਂ ਦੀ ਨੈਸ਼ਨੈਲਿਟੀ ਬੇਸ ਤੇ, ਔਰ ਜੇ ਉਹ ਕੋਈ ਗਰੁੱਪ ਦੇ ਮੈਂਬਰ ਆ ਤੇ ਔਰ ਜਿਹਨਾਂ ਦਾ ਕੋਈ ਪੋਲੀਟੀਕਲ ਵਿਊ ਆ ਜਿਹੜੇ ਬੇਸ ਤੇ ਉਹਨਾਂ ਦੇ ਅਗੇਂਸਟ ਡਿਸਕ੍ਰਿਮੀਨੇਸ਼ਨ ਹੁੰਦੀ ਆ ਜਾਂ ਉਹਨਾਂ ਨੂੰ ਖਤਰਾ ਹੈਗਾ ਉਸ ਕੰਟਰੀ 'ਚ ਜੀ, ਉਸ ਬੇਸ ਤੇ ਉਹ ਦੂਜੇ ਮੁਲਕ 'ਚ ਜਾ ਸਕਦੇ ਆ ਜਿੱਥੇ ਆਪਣੇ ਰੈਫਿਊਜੀ ਕਲੇਮ ਕਰ ਸਕਦੇ ਆ। ਤੇ ਉਹ ਮੁਲਕ ਦਾ ਫਰਜ਼ ਬਣਦਾ ਜੇ ਉਹ ਸਿਗਨੇਟਰੀ ਹੈਗੇ ਕਨਵੈਨਸ਼ਨ ਦੇ ਵੀ ਉਹਨਾਂ ਨੂੰ ਐਕਸੈਪਟ ਕਰਨਾ ਐਜ਼ ਰੈਫਿਊਜੀਜ਼। ਐਕਸੈਪਟ ਕਰਨਾ ਜ਼ਰੂਰੀ ਨਹੀਂ ਵੀ ਉਹਨਾਂ ਨੇ ਆਟੋਮੈਟਿਕਲੀ ਐਕਸੈਪਟ ਕਰ ਲੈਣਾ ਵੀ ਇਹ ਰੈਫਿਊਜੀ ਹੈ। ਉਹਨਾਂ ਨੂੰ ਪ੍ਰੂਵ ਕਰਨਾ ਪੈਂਦਾ ਵੀ ਉਹਨਾਂ ਦਾ ਜੋ ਡਰ ਆ, ਫੀਅਰ ਆ, ਉਹ ਵੈਲ ਫਾਊਂਡਡ ਆ। ਇਹਦਾ ਮਤਲਬ ਵੀ ਉਹਨਾਂ ਨੂੰ ਪਰਸਨਲੀ ਡਰ ਹੈਗਾ ਤੇ ਜਿਹੜੇ ਉਸ ਟਾਈਪ ਦੇ ਬੰਦੇ ਉਸ ਮੁਲਕ 'ਚ ਉਹਨਾਂ ਨੂੰ ਵੀ ਡਰ ਹੈਗਾ ਵੀ ਇਹਦਾ ਇਹ ਨਹੀਂ ਵੀ ਸਿਰਫ ਤੁਹਾਨੂੰ ਇਕੱਲਿਆਂ ਨੂੰ ਡਰ ਆ ਉਸ ਟਾਈਪ ਦਾ ਰਿਲੀਜਨ ਦੇ ਬੇਸ ਤੇ ਜਾਂ ਕੋਈ ਆਪਣੇ ਪੋਲਿਟਿਕਸ ਦੇ ਬੇਸ ਤੇ, ਪਰ ਸਾਰਿਆਂ ਨੂੰ ਜਿਹੜੇ ਉਸ ਟਾਈਪ ਦੇ ਹੈਗੇ ਆ ਉਹਨਾਂ ਨੂੰ ਡਰ ਹੈ। ਸੋ ਉਹਨਾਂ ਨੂੰ ਕਹਿੰਦੇ ਕਨਵੈਨਸ਼ਨਲ ਰੈਫਿਊਜੀ। ਉਹਨਾਂ ਨੂੰ ਪ੍ਰੂਵ ਕਰਨਾ ਪੈਂਦਾ ਵੀ ਤੁਹਾਨੂੰ ਵੀ ਡਰ ਆ ਤੇ ਤੁਹਾਡੇ ਲਾਈਕ ਜਿਹੜੇ ਹੈ ਉਹਨਾਂ ਨੂੰ ਵੀ ਡਰ ਜੀ। ਸੈਕੰਡ ਟਾਈਮ ਰੈਫਿਊਜੀਜ਼ ਇਹ ਆ ਜਿਹੜੇ ਇਹਨੂੰ ਕਹਿੰਦੇ ਪਰਸਨਸ ਇਨ ਨੀਡ ਆਫ ਪ੍ਰੋਟੈਕਸ਼ਨ। ਸੋ ਇਮੈਜਿਨ ਕਰੋ ਵੀ ਤੁਸੀਂ ਆਪਣੇ ਮੁਲਕ 'ਚ ਤੁਹਾਡਾ ਕੋਈ ਗੁਆਂਢੀਆਂ ਦੇ ਨਾਲ ਕੋਈ ਗੜਬੜ ਹੋ ਗਈ ਜਾਂ ਤੁਹਾਡੇ ਕੋਈ ਡਰੱਗ ਡੀਲਰਸ ਨਾਲ, ਕੋਈ ਗੈਂਗਸਟਰਸ ਦੇ ਨਾਲ ਕੋਈ ਵੀ ਸਿਚੁਏਸ਼ਨ ਹੋ ਸਕਦਾ ਹੈ ਜਿਹਦੇ ਨਾਲ ਤੁਹਾਨੂੰ ਡਰ ਹੈਗਾ ਉਸ ਮੁਲਕ 'ਚ ਵੀ ਤੁਹਾਡੀ ਜਾਨ ਨੂੰ ਖਤਰਾ ਜੀ। ਸੋ ਤੁਸੀਂ ਦੂਜੇ ਕੰਟਰੀ 'ਚ ਅਪਲਾਈ ਕਰ ਸਕਦੇ, ਪਰਟੀਕੁਲਰਲੀ ਕੈਨੇਡਾ 'ਚ ਵੀ ਅਸੀਂ ਪਰਸਨ ਇਨ ਨੀਡ ਆਫ ਪ੍ਰੋਟੈਕਸ਼ਨ, ਵੀ ਸਾਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਜੀ। ਅਗੇਨ ਤੁਹਾਨੂੰ ਸ਼ੋ ਕਰਨਾ ਪੈਣਾ ਵੀ ਹਾਂ ਜੈਨੂਇਨਲੀ ਤੁਹਾਨੂੰ ਕੋਈ ਖਤਰਾ, ਤੇ ਉਹ ਖਤਰਾ ਪ੍ਰੂਵ ਕਰ ਸਕਦੇ ਹਾਂ। ਐਂਡ ਤੁਹਾਨੂੰ ਇੱਕ ਹੋਰ ਵੀ ਚੀਜ਼ ਪ੍ਰੂਵ ਕਰਨੀ ਪੈਣੀ ਵੀ ਆਪਣੇ ਮੁਲਕ ਦੇ ਵਿੱਚ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਕਿਤੇ ਲੁਕ ਸਕਦੇ ਜਾਂ ਹੋਰ ਕਿਤੇ ਜਾ ਕੇ ਰਹਿ ਸਕਦੇ ਜਿੱਥੇ ਤੁਹਾਨੂੰ ਡਰ ਨਹੀਂ ਜੀ। ਸੋ ਇਹ ਹੈਗਾ ਜਨਰਲੀ ਦੋ ਟਾਈਪ ਰੈਫਿਊਜੀ। ਸੋ ਇੱਕ ਵਾਰੀ ਤੁਸੀਂ ਐਪਲੀਕੇਸ਼ਨ ਕਰਨਾ, ਤੁਹਾਨੂੰ ਪਹਿਲਾਂ ਜੇ ਬਾਰਡਰ ਤੇ ਐਪਲੀਕੇਸ਼ਨ ਕਰ ਸਕਦੇ, ਜੇ ਤੁਸੀਂ ਪਲੇਨ ਤੋਂ ਆਏ ਸੂਨ ਐਜ਼ ਯੂ ਲੈਂਡ ਤੁਸੀਂ ਉੱਥੇ ਕਹਿ ਸਕਦੇ ਰੈਫਿਊਜੀ ਕਲੇਮ ਕਰਨਾ ਜੀ। ਉਹਨਾਂ ਨੇ ਫਿਰ ਤੁਹਾਨੂੰ ਇੱਕ ਫਾਰਮ ਦੇ ਦੇਣਾ ਭਰਨ ਨੂੰ, ਸ਼ਾਇਦ ਕਹਿ ਦੇਣ ਇੱਕਦਮ ਤੁਸੀਂ ਭਰ ਦਿਓ, ਔਰ 15 ਦਿਨਾਂ ਦੇ ਵਿੱਚ ਤੁਸੀਂ ਭਰ ਕੇ ਸਾਡਾ ਬੇਸਿਸ ਆਫ ਕਲੇਮ, ਇਹਦਾ ਮਤਲਬ ਵੀ
ਕਿਹੜੇ ਬੇਸ ਤੇ ਤੁਸੀਂ ਕਲੇਮ ਕਰ ਰਹੇ ਹੋ ਕਿ ਅਸੀਂ ਰੈਫਿਊਜੀ ਹਾਂ। ਜੀ ਉਹ ਫਾਰਮ ਤੁਸੀਂ ਭਰ ਕੇ ਉਹਨਾਂ ਨੂੰ ਦੇ ਦੇਣਾ ਤੇ ਉਹਨਾਂ ਨੇ ਪਹਿਲਾ ਸਟੈਪ ਇਹ ਆ CBSA ਆਫਿਸਰ ਨੇ ਦੇਖਣਾ ਵੀ ਤੁਹਾਡਾ ਕਲੇਮ ਦੀ ਐਲੀਜੀਬਿਲਿਟੀ ਹੈ। ਇਹਦਾ ਮਤਲਬ ਇਹ ਆ ਵੀ ਕੋਈ ਐਕਸੈਪਸ਼ਨ ਤਾਂ ਨਹੀਂ ਰੂਲ ਨੂੰ। ਫॉर ਐਗਜ਼ਾਮਪਲ ਤੁਸੀਂ ਲੈਟਸ ਸੇ ਇੰਡੀਆ ਤੋਂ ਆਏ, ਪਹਿਲਾਂ ਤੁਸੀਂ ਗਏ ਜਰਮਨੀ, ਫਿਰ ਤੁਸੀਂ ਗਏ ਇੰਗਲੈਂਡ, ਫਿਰ ਤੁਸੀਂ ਆਏ ਕੈਨੇਡਾ। ਜੇ ਤੁਸੀਂ ਕੈਨੇਡਾ ਆ ਕੇ ਰੈਫਿਊਜੀ ਕਲੇਮ ਕੀਤਾ, ਉਹ ਰੂਲ ਹੈਗੇ ਆ, ਉਹਨਾਂ ਕਹਿੰਦੇ ਸੇਫ ਥਰਡ ਕੰਟਰੀ, ਵੀ ਤੁਸੀਂ ਪਹਿਲਾਂ ਜਰਮਨੀ ਅਪਲਾਈ ਕਰਨਾ ਚਾਹੀਦਾ ਸੀ ਰੈਫਿਊਜੀ। ਸੋ ਲੈਟਸ ਸੇ ਜੇ ਤੁਸੀਂ ਡਾਇਰੈਕਟਲੀ ਆ ਗਏ ਇੰਡੀਆ ਤੋਂ ਇੱਥੇ 에ਅਰਪੋਰਟ ਤੇ ਤੁਸੀਂ ਕਲੇਮ ਕਰ ਰਹੇ ਵੀ ਮੈਂ ਰੈਫਿਊਜੀ ਅਪਲਾਈ ਕਰਨਾ, ਜੀ ਉਹਨਾਂ ਨੇ ਕਹਿ ਦੇਣਾ ਤੁਸੀਂ ਐਲੀਜੀਬਲ ਹੈਗੇ ਆ ਰੈਫਿਊਜੀ ਕਲੇਮ ਕਰਨ ਦਾ। ਓਕੇ ਇੱਕ ਵਾਰੀ ਤੁਹਾਡਾ ਐਕਸੈਪਟ ਕਰ ਲਿਆ ਵੀ ਤੁਸੀਂ ਐਲੀਜੀਬਲ ਹੋ, ਫਿਰ ਤੁਹਾਨੂੰ ਤੁਹਾਡੀ ਫਾਈਲ ਚਲੇ ਜਾਣੀ ਆ, ਇਹਨੂੰ ਕਹਿੰਦੇ ਆ ਰੈਫਿਊਜੀ ਪ੍ਰੋਟੈਕਸ਼ਨ ਬੋਰਡ। ਓਕੇ ਰੈਫਿਊਜੀ ਪ੍ਰੋਟੈਕਸ਼ਨ ਬੋਰਡ ਨੇ ਫਿਰ ਤੁਹਾਡੀ ਕਲੇਮ ਦੇਖਣੀ ਐਪਲੀਕੇਸ਼ਨ ਵੀ ਤੁਸੀਂ ਕੁਆਲੀਫਾਈ ਕਰਦੇ ਕਿ ਨਹੀਂ। ਜੀ ਜੇ ਪੇਪਰਾਂ ਦੇ ਬੇਸ ਤੇ ਉਹਨਾਂ ਨੇ ਐਕਸੈਪਟ ਕਰ ਲਿਆ ਹਾਂ ਬਿਲਕੁਲ ਤੁਹਾਡੀ ਕਲੇਮ ਨਕਲੀ ਨਹੀਂ ਹੋ, ਅਸਲੀ ਆ, ਤੇ ਤੁਸੀਂ ਸਬੂਤ ਨਾਲ ਪ੍ਰੂਵ ਕਰ ਦਿੱਤਾ ਵੀ ਹਾਂ ਕਲੇਮ ਤੁਹਾਡੀ ਜੈਨੂਇਨ ਆ, ਤੁਹਾਨੂੰ ਡਰ ਆ, ਫਿਰ ਤੁਸੀਂ ਪੇਪਰ ਤੇ ਵੀ ਉਹ ਕਹਿ ਸਕਦੇ ਆ ਠੀਕ ਆ ਤੁਸੀਂ ਹੁਣ ਪ੍ਰੋਟੈਕਟਿਡ ਪਰਸਨ। ਇਹਦਾ ਮਤਲਬ ਇੱਥੇ ਕੈਨੇਡਾ ਤੁਹਾਨੂੰ ਬਚਾਉਣਗੇ, ਪ੍ਰੋਟੈਕਟ ਕਰਨਗੇ। ਉਸ ਬੇਸ ਤੇ ਤੁਹਾਨੂੰ ਪਰਮਨੈਂਟ ਰੈਜ਼ੀਡੈਂਸ ਮਿਲ ਸਕਦਾ, ਉਸ ਤੋਂ ਬਾਅਦ ਸਿਟੀਜ਼ਨਸ਼ਿਪ ਮਿਲ ਸਕਦਾ। ਸੋ ਜੇ ਨਹੀਂ ਪੇਪਰ ਬੇਸ ਤੇ ਕਰਦੇ, ਅੱਗੇ ਫਿਰ ਤੁਹਾਡੀ ਹੀਅਰਿੰਗ ਹੋਗੀ। ਹੀਅਰਿੰਗ ਹੋਗੀ ਰੈਫਿਊਜੀ ਪ੍ਰੋਟੈਕਸ਼ਨ ਮੈਂਬਰ ਦੇ ਸਾਹਮਣੇ, ਤੁਸੀਂ ਆਪਣਾ ਐਵੀਡੈਂਸ ਪੇਸ਼ ਕਰਨਾ, ਤੇ ਕਈ ਵਾਰੀ ਮਿਨਿਸਟਰ ਇੰਟਰਵੀਨ ਕਰੂ, ਕਈ ਵਾਰੀ ਨਹੀਂ। ਫॉर ਹੀਅਰਿੰਗ ਤੋਂ ਬਾਅਦ ਉਹਨਾਂ ਨੇ ਫਿਰ ਤੁਹਾਡੀ ਡਿਸੀਜਨ ਦੇਣਗੇ ਵੀ ਤੁਸੀਂ ਪ੍ਰੋਟੈਕਟਿਡ ਪਰਸਨ ਹੈ ਜਾਂ ਨਹੀਂ। ਜੀ ਇਹ ਜਿਹੜਾ ਤੁਸੀਂ ਟਰਮ ਲੈ ਕੇ ਆਏ ਹੋ ਪ੍ਰੋਟੈਕਟਿਡ ਪਰਸਨ, ਜੇ ਆਪਾਂ ਇਲੈਬੋਰੇਟ ਕਰਨਾ ਹੋਵੇ, ਵੀ ਕੈਨ ਸੇ ਕਿ ਦੋ ਤਰ੍ਹਾਂ ਦੇ ਜਿਹੜੇ ਰੈਫਿਊਜੀਜ਼ ਨੇ, ਪ੍ਰੋਬੇਬਲੀ ਇਟਸ ਦ ਸੈਕੰਡ ਕਾਈਂਡ ਆਫ ਰੈਫਿਊਜੀ that needs to be protected under the protection act, or maybe ਦੋਨੋਂ ਤਰ੍ਹਾਂ ਦੇ ਵੀ ਹੋ ਸਕਦੇ ਆ, but how is it different from a regular refugee? ਕੀ ਫਾਇਦੇ ਨੇ, ਕੁਝ different set of ਫਾਇਦੇ ਨੇ ਜਿਹੜੇ comes with this term or comes with the refugee term? ਹਾਂਜੀ ਰਸ਼ਮੀ ਜੀ, ਇਹ ਚੋਇਸ ਨਹੀਂ ਜੀ। ਇੱਕ ਚੋਇਸ ਨਹੀਂ ਹੋ। ਜੇ ਤੁਸੀਂ ਰੈਫਿਊਜੀ ਡੈਫੀਨੇਸ਼ਨ ਦੇ ਕੁਆਲੀਫਾਈ ਕਰਦੇ ਆ ਫਿਰ ਤੁਹਾਨੂੰ ਰੈਫਿਊਜੀ ਕਲੇਮ ਕਰਨਾ ਚਾਹੀਦਾ ਜੀ। ਜੇ ਤੁਸੀਂ ਚਾਹੁੰਦੇ ਵੀ ਮੈਂ ਕੈਨੇਡਾ ਇਮੀਗ੍ਰੇਟ ਕਰਨਾ, ਉਹ ਮਾਈਗ੍ਰੇਟ ਕਰਨਾ, ਇੱਥੇ ਰਹਿਣਾ, ਡਿਫਰੈਂਸ ਇਹ ਆ ਜਿਹੜੇ ਰੈਫਿਊਜੀ ਆ ਉਹਨਾਂ ਦਾ ਕੋਈ ਚੋਇਸ ਨਹੀਂ, ਉਹਨਾਂ ਦੀ ਜਾਨ ਨੂੰ ਖਤਰਾ। ਪਰ ਜਿਹੜੇ ਇਮੀਗ੍ਰੈਂਟ ਆ ਉਹਨਾਂ ਦਾ ਚੋਇਸ ਆ, ਉਹ ਚੂਜ਼ ਕਰਦੇ ਵੀ ਮੈਂ ਕੈਨੇਡਾ ਜਾ ਕੇ ਰਹਿਣਾ। ਜੀ ਇਹਦਾ ਮਤਲਬ ਹੈ ਤੁਹਾਨੂੰ ਹੋਰ ਕੋਈ ਤਰੀਕੇ ਦੇ ਨਾਲ ਬੇਸ ਤੇ ਤੁਹਾਨੂੰ ਕੁਆਲੀਫਾਈ ਕਰਨਾ ਪੈਣਾ ਵੀ ਮੈਂ ਇੱਥੇ ਇਮੀਗ੍ਰੇਸ਼ਨ ਸਟੇਟਸ ਲੈ ਸਕਦਾ। ਜੀ ਇਟ ਕੁਡ ਬੀ ਇਕਨੋਮਿਕ ਰੀਜ਼ਨ, ਕੁਡ ਬੀ ਤੁਸੀਂ ਸਕਿਲਡ ਵਰਕਰਸ ਹੋ, ਇਟ ਕੁਡ ਬੀ ਵੀ ਤੁਸੀਂ ਬਿਜ਼ਨਸ ਤੌਰ ਤੇ ਆਏ ਔਰ ਫੈਮਿਲੀ ਸਪਾਂਸਰਸ਼ਿਪ ਬੇਸ ਤੇ ਆਏ। ਹੋਰ ਵੀ ਬਥੇਰੇ ਤਰੀਕੇ ਹੈਗੇ ਜਿਹੜੇ ਬੇਸ ਤੇ ਤੁਸੀਂ ਇਮੀਗ੍ਰੇਟ ਬਣ ਸਕਦੇ। ਸੋ ਇੱਕ ਹੈਗਾ ਜਿੱਥੇ ਤੁਹਾਨੂੰ ਖਤਰਾ, ਉੱਥੇ ਤੁਹਾਨੂੰ ਕੋਈ ਚੋਇਸ ਨਹੀਂ। ਦੂਜਾ ਹੈਗਾ ਤੁਹਾਡੀ ਚੋਇਸ ਆ ਵੀ ਅਸੀਂ ਇਮੀਗ੍ਰੈਂਟ ਬਣਨਾ, ਅਸੀਂ ਕੈਨੇਡਾ ਰਹਿਣਾ, ਫਿਰ ਤੁਹਾਨੂੰ ਕੁਆਲੀਫਾਈ ਕਰਨਾ ਪੈਂਦਾ। ਓਕੇ ਕੁਆਲੀਫਾਈ ਕਰਨਾ ਪੈਂਦਾ। ਜਿਵੇਂ ਆਪਾਂ ਕਹਿਤਾ ਕਿ ਤੁਸੀਂ ਆਓ ਤੇ ਆਪਣੀ ਐਪਲੀਕੇਸ਼ਨ ਪਾ ਦਿਓ ਆਈਦਰ ਅੰਡਰ ਪ੍ਰੋਟੈਕਟਿਡ ਪੀਪਲਸ ਐਕਟ ਔਰ ਅ ਪ੍ਰੋਟੈਕਟਿਡ ਪਰਸਨਸ ਐਕਟ ਔਰ ਅੰਡਰ ਰੈਫਿਊਜੀ। ਤੇ ਹੁਣ ਯੂ ਡਿਡ ਮੈਂਸ਼ਨ ਸਮ ਰਿਕੁਆਇਰਮੈਂਟਸ ਕਿ ਕੀ ਹੋਣੀਆਂ ਚਾਹੀਦੀਆਂ ਨੇ ਬਿਫੋਰ ਯੂ ਸੈਟ ਸੱਚ ਕਲੇਮ। ਜੇ ਆਪਾਂ ਉਹਨੂੰ ਇਲੈਬੋਰੇਟ ਕਰਨਾ ਹੋਵੇ ਟੂ ਲੈਟ ਅ ਕਾਮਨ ਮੈਨ ਨੋ ਕਿ ਜੇ ਤੁਸੀਂ ਆਪਣੀ ਐਪਲੀਕੇਸ਼ਨ ਫਾਈਲ ਕਰਨੀ ਹੈ ਤਾਂ these ਆਰ ਦ ਰਿਕੁਆਇਰਮੈਂਟ ਜਿਹੜੀਆਂ ਸੈਟੀਸਫਾਈ ਹੋਣੀਆਂ ਚਾਹੀਦੀਆਂ, ਉਹਨਾਂ ਨੂੰ ਇਫ ਵੀ ਹੈਵ ਟੂ ਲਿਸਟ ਇਨ ਐਨ ਆਰਡਰ ਤਾਂ ਉਹ ਕੀ ਹੋਵੇਗਾ? ਜੇ ਰੈਫਿਊਜੀ ਬੇਸ ਤੇ ਜੀ ਹਾਂਜੀ, ਸੋ ਪ੍ਰਾਇਮਰੀਲੀ ਮੇਨ ਚੀਜ਼ ਆ ਵੀ ਉਹ ਜਿਹੜੇ ਬੇਸ ਆ ਵੀ ਤੁਹਾਡੇ ਧਰਮ ਦੇ ਬੇਸ ਤੇ ਜਾਂ ਪੋਲੀਟੀਕਲ ਵਿਊ ਦੇ ਬੇਸ ਤੇ ਜਾਂ ਤੁਹਾਡੀ ਕੋਈ ਨੈਸ਼ਨੈਲਿਟੀ ਆ। ਫੋਰ ਐਗਜ਼ਾਮਪਲ ਇਹ ਹੋ ਸਕਦਾ ਕੋਈ ਲੈਟਸ ਸੇ ਕੋਈ ਬੰਗਾਲੀ ਬੰਦਾ ਇੰਡੀਆ 'ਚ ਆ, ਹਾਂਜੀ, ਉਹ ਕਹਿ ਸਕਦਾ ਵੀ ਮੈਂ ਇੰਡੀਆ ਤਾਂ ਹੈ ਪਰ ਕਿਉਂ ਮੈਂ ਬੰਗਾਲੀ ਕਰਕੇ ਜਾਂ ਮੈਂ ਕੋਈ ਹੋਰ ਮੁਲਕ ਦਾ ਕਰਕੇ ਮੈਨੂੰ ਇੱਥੇ ਖਤਰਾ ਆ ਜਾਂ ਮੈਨੂੰ ਅਨਫੇਅਰ ਟ੍ਰੀਟ ਕਰਦੇ, ਉਸ ਬੇਸ ਤੇ ਵੀ ਤੁਸੀਂ ਕਹਿ ਸਕਦੇ ਮੈਨੂੰ ਖਤਰਾ ਆ ਜੀ। ਸੋ ਤੁਸੀਂ ਇਹ ਸ਼ੋਅ ਕਰਨਾ ਵੀ ਮੈਨੂੰ ਪਰਸਨਲੀ ਖਤਰਾ ਹੈ ਤੇ ਮੇਰੇ ਵਰਗਿਆਂ ਨੂੰ ਜਿਹੜੇ ਮੇਰੇ ਲੋਕ ਮੇਰੇ ਸ਼ਕਲ ਆ, ਮੇਰੇ ਵਰਗੇ ਕਮਿਊਨਿਟੀ ਆ, ਉਹਨਾਂ ਨੂੰ ਵੀ ਡਰ ਆ ਜੀ। ਸੋ ਪ੍ਰੂਵ ਕਰਨ ਵਾਸਤੇ ਇੰਟਰਨੈਸ਼ਨਲ ਕਮਿਊਨਿਟੀ ਨੇ, ਆਰਗੇਨਾਈਜੇਸ਼ਨਸ ਨੇ, ਯੂਨਾਈਟਿਡ ਨੇਸ਼ਨਸ ਨੇ
ਬਹੁਤ ਰਿਸਰਚ ਕੀਤੀ ਜੀ ਉਹ ਰਿਸਰਚ ਬੇਸ ਤੇ ਅਸੀਂ ਸ਼ੋਅ ਕਰ ਸਕਦੇ ਹਾਂ ਫੋਰ ਐਗਜ਼ਾਮਪਲ ਵੀ ਜਿਹੜਾ ਇਹ ਇਨਸਾਨ ਇਹ ਪੋਲੀਟੀਕਲ ਵਿਊ ਦਾ ਆ ਔਰ ਇਸ ਧਰਮ ਦਾ ਆ ਇਸ ਮੁਲਕ ਸੇ ਉਹਨੂੰ ਡਰ ਆ ਜੀ ਸੋ ਅਸੀਂ ਉਹ ਐਵੀਡੈਂਸ ਪ੍ਰੋਡਿਊਸ ਕਰ ਸਕਦੇ ਸ਼ੋਅ ਕਰਨਾ ਵੀ ਇਹਨੂੰ ਅਲੱਗ ਇਹਨੂੰ ਵੀ ਡਰ ਆ ਤੇ ਇਹਦੇ ਵਰਗੇ ਨੂੰ ਵੀ ਡਰ ਆ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਆਪਾਂ ਜੇ ਇੰਡੀਆ ਦੀ ਗੱਲ ਕਰੀਏ ਤਾਂ ਆਪਾਂ ਕਹਿ ਸਕਦੇ ਹਾਂ ਕਿ ਮਿਨੋਰਿਟੀ ਕਮਿਊਨਿਟੀਜ਼ ਜੋ ਉੱਥੇ ਨੇ ਦੇ ਕੈਨ ਬਿਲਡ ਅਪ ਅ ਪੋਲੀਟੀਕਲ ਕੇਸ ਕਿ ਮਿਨੋਰਿਟੀ ਕਮਿਊਨਿਟੀ ਹੈ ਸਾਨੂੰ ਇਹ ਖਤਰਾ ਹੈ ਸਾਨੂੰ ਆਪਣੇ ਸਿਵਲ ਰਾਈਟਸ ਦਾ ਖਤਰਾ ਹੈ ਤੇ ਵੀ ਵਾਂਟ ਟੂ ਕਲੇਮ ਦ ਰੈਫਿਊਜੀ ਸਟੇਟਸ ਤੇ ਦੇ ਕੈਨ ਗੋ ਅਬਾਊਟ ਇਟ ਹਾਂਜੀ ਐਗਜ਼ਾਮਪਲ ਇਹ ਹੋ ਸਕਦਾ ਫੋਰ ਐਗਜ਼ਾਮਪਲ ਲੈਟਸ ਸੇ ਲੇਡੀਜ਼ ਨੂੰ ਖਤਰਾ ਹੈਗਾ ਇੰਡੀਆ ਵੀ ਸਪਾਊਸਲ ਅਬਿਊਜ਼ ਬਹੁਤ ਹੋ ਰਹੀ ਆ ਜੀ ਜਾਂ ਜਿੱਦਾਂ ਬ੍ਰਾਈਡਸ ਨੂੰ ਅਬਿਊਜ਼ ਕਰਦੇ ਆ ਜੀ ਉਹਨਾਂ ਦਾ ਇਹ ਸਪੈਸ਼ਲ ਗਰੁੱਪ ਆ ਬਿਕੋਜ਼ देयर ਆਰ women ਨੂੰ ਉਹ ਇਦਾਂ ਅਬਿਊਜ਼ ਕਰਦੇ ਆ ਮਿਸਟ੍ਰੀਟ ਕਰਦੇ ਆ ਸੋ ਉਹ ਗਰੁੱਪ ਨੂੰ ਖਤਰਾ ਆ ਜੀ ਰਾਈਟ ਸੋ ਉਹ ਗਰੁੱਪ ਸ਼ੋਅ ਕਰਨਾ ਵੀ ਮੈਨੂੰ ਹਾਂ ਖਤਰਾ ਹੈ ਕਿਉਂਕਿ ਮੈਨੂੰ ਹੋ ਚੁੱਕਾ ਜੀ ਔਰ ਮੇਰੇ ਵਰਗਿਆਂ ਨੂੰ ਖਤਰਾ ਹੈ ਜੀ ਸੋ ਅਸੀਂ ਉਹ ਪ੍ਰੂਵ ਕਰ ਸਕਦੇ ਹਾਂ ਈਜ਼ੀਲੀ ਬਾਈ ਜਿਹੜੇ ਇੰਟਰਨੈਸ਼ਨਲ ਬਾਡੀਜ਼ ਨੇ ਐਵੀਡੈਂਸ ਪ੍ਰੋਡਿਊਸ ਕੀਤਾ ਐਂਡ ਆਪਣਾ ਜੋ ਹੋਇਆ ਤੁਹਾਨੂੰ ਕੁਡ ਬੀ ਪੁਲਿਸ ਰਿਪੋਰਟ ਹੋ ਸਕਦੀ ਆ ਤੁਹਾਡੇ ਕੋਈ ਸਰੀਰ ਤੇ ਮਾਰਕਸ ਹੈਗੇ ਆ ਜਿਹੜੇ ਤੁਹਾਨੂੰ ਮਾਰ ਕਟਾਈ ਹੋਈ ਆ ਕੋਈ ਆਈ ਵਿਟਨੈਸਸ ਹੋ ਸਕਦੇ ਆ ਉਹ ਆ ਕੇ ਐਵੀਡੈਂਸ ਦੇਣ ਵੀ ਹਾਂ ਇਹ ਜੈਨੂਇਨਲੀ ਇਸ ਲੇਡੀ ਨੂੰ ਇਹਦਾ ਅਬਿਊਜ਼ ਕੀਤਾ ਜੀ ਸੋ ਉਸ ਬੇਸ ਤੇ ਅਸੀਂ ਐਵੀਡੈਂਸ ਸ਼ੋਅ ਕਰਕੇ ਪ੍ਰੂਵ ਕਰ ਸਕਦੇ ਵੀ ਹਾਂ ਇਹਨੂੰ ਜੈਨੂਇਨਲੀ ਖਤਰਾ ਹੈ ਜੀ ਮੇਰਾ ਇਹ ਕੁਐਸਚਨ ਬਿਲਕੁਲ ਆਊਟ ਆਫ ਟਰਮਸ ਹੈ ਮੇਰੇ ਦਿਮਾਗ 'ਚ ਆਇਆ ਕਿ ਜਿਵੇਂ ਆਪਾਂ ਹੁਣ ਰੈਫਿਊਜੀ ਸਟੇਟਸ ਬਹੁਤ ਸਾਰੇ ਕ੍ਰਾਈਟੇਰੀਆਜ਼ ਤੇ ਕਲੇਮ ਕਰ ਰਹੇ ਹਾਂ ਉਦਾਂ ਹੀ ਪੀਪਲ ਵਿਦ ਡਿਸੇਬਿਲਿਟੀਜ਼ ਦੀ ਜੇ ਆਪਾਂ ਗੱਲ ਕਰੀਏ ਫॉर ਐਗਜ਼ਾਮਪਲ ਕਹਿ ਦਈਏ ਕਿ ਇੰਡੀਆ 'ਚ ਇਨਫਰਾਸਟ੍ਰਕਚਰ ਨਹੀਂ ਹੈ ਇੱਕ ਐਸੇ ਬੰਦੇ ਲਈ ਜੋ ਸਿਰਫ ਵੀਲ ਚੇਅਰ ਤੇ ਆਪਰੇਟ ਕਰ ਸਕਦਾ ਹੈ ਜਾਂ ਕੁਝ ਵੀ ਤਾਂ ਕੈਨ ਵੀ ਐਡ ਦੋਜ਼ ਪੀਪਲ ਟੂ ਇਨ ਦ ਲਿਸਟ ਕਿ ਉਹ ਵੀ ਰੈਫਿਊਜੀ ਸਟੇਟਸ ਅਪਲਾਈ ਕਰ ਸਕਦੇ ਨੇ ਨਹੀਂ ਜੀ ਬਿਕਾਜ਼ ਜੇ ਤੁਸੀਂ ਵੀਲ ਚੇਅਰ ਤੁਹਾਡੇ ਕੋਲ ਡਿਸੇਬਿਲਿਟੀ ਆ ਜੇ ਤੁਹਾਨੂੰ ਅਬਿਊਜ਼ ਕਰਦੇ ਆ ਹਾਂਜੀ ਬਿਕਾਜ਼ ਆਫ ਡਿਸੇਬਿਲਿਟੀ ਉਹ ਵੱਖਰੀ ਚੀਜ਼ ਆ ਜੀ ਪਰ ਜੇ ਤੁਹਾਡੇ ਕੋਲ ਰਿਸੋਰਸਸ ਨਹੀਂ ਆ ਮੈਡੀਕਲ ਹੈਲਪ ਨਹੀਂ ਆ ਇਹ ਜ਼ਰੂਰੀ ਨਹੀਂ ਵੀ ਤੁਹਾਡੀ ਲਾਈਫ ਨੂੰ ਖਤਰਾ ਹੈ ਕਿਉਂਕਿ ਲੈਕ ਆਫ ਫੈਸਿਲਿਟੀ ਪਰ ਇਹ ਨਹੀਂ ਵੀ ਖਤਰਾ ਹੈ ਕਿਉਂਕਿ ਉਹ ਜਾਣਬੁੱਝ ਕੇ ਤੁਹਾਨੂੰ ਜਾਨ ਲੈਣਾ ਚਾਹੁੰਦੇ ਜਾਂ ਤੁਹਾਨੂੰ ਅਬਿਊਜ਼ ਕਰਨਾ ਚਾਹੁੰਦੇ ਆ ਸੋ ਤੁਹਾਨੂੰ ਕੁਆਲੀਫਾਈ ਕਰਨਾ ਪੈਣਾ ਵੀ ਮੈਂ ਮੈਂਬਰ ਆਫ ਗਰੁੱਪ ਆ ਫੋਰ ਐਗਜ਼ਾਮਪਲ ਲੈਟਸ ਸੇ ਕਿਸੇ ਨੂੰ ਹੈਗੀ ਕੋਈ ਬਿਮਾਰੀ ਲੈਟਸ ਸੇ ਏਡਸ ਜੇ ਇੰਡੀਆ ਔਰ ਕੋਈ ਹੋਰ ਵੀ ਮੁਲਕ 'ਚ ਸਿਰਫ ਏਡਸ ਬੰਦਿਆਂ ਨੂੰ ਅਬਿਊਜ਼ ਕਰਦੇ ਆ ਇਹਦਾ ਮਤਲਬ ਉਹ ਇੱਕ ਗਰੁੱਪ ਦੇ ਮੈਂਬਰ ਆ ਜਿਹੜੇ ਗਰੁੱਪ ਨੂੰ ਅਬਿਊਜ਼ ਕਰਦੇ ਆ ਓਕੇ ਉਹ ਗਰੁੱਪ ਨੂੰ ਖਤਰਾ ਆ ਜੀ ਰਾਈਟ ਇਹ ਵੀ ਹੋ ਸਕਦਾ ਜਿਹਨੂੰ ਕਹਿੰਦੇ ਸੇਮ ਸੈਕਸ ਮੈਰਿਜ ਉਹ ਜਿਹੜੇ ਆਇਡੈਂਟੀਟੀ ਇਸ਼ੂ ਆ ਸੈਕਸ਼ੂਅਲ ਆਇਡੈਂਟੀਟੀ ਉਹ ਗਰੁੱਪ ਨੂੰ ਖਤਰਾ ਫॉर ਸ਼ੋਰ ਹਾਂਜੀ even though law change ਹੋਇਆ recently but it doesn't mean law change ਕਰ ਦਿੱਤਾ ਵੀ community ਨਹੀਂ ਵਧੀ ਉਹਦੇ ਨਾਲ ਉਹ ਵੀ abuse ਕਰ ਸਕਦੇ ਆ ਜੀ ਚਲੋ ਯਾਰ ਇਹ ਥੋੜਾ ਜਿਹਾ ਆਫ ਟਾਪਿਕ ਹੋ ਗਿਆ ਸੀ ਨਹੀਂ ਜੀ ਬਿਲਕੁਲ ਟਾਪਿਕ ਤੇ ਚਲੋ ਆਪਾਂ ਵਾਪਸ ਵਧਦੇ ਹਾਂ ਆਪਣੇ ਕੈਨੇਡੀਅਨ ਰੈਫਿਊਜੀ ਸਿਸਟਮ ਵੱਲ ਤੇ ਆਪਾਂ ਗੱਲ ਕਰ ਰਹੇ ਸੀ ਕਿ ਰਿਕੁਆਇਰਮੈਂਟਸ ਦੀ ਚਲੋ ਹੁਣ ਇੱਕ ਬੰਦੇ ਨੇ ਆਪਣੀ ਐਪਲੀਕੇਸ਼ਨ ਫਾਈਲ ਕੀਤੀ ਹੈ ਐਸ ਪਰ ਦੀ ਰਿਕੁਆਇਰਮੈਂਟਸ ਇਟ ਸੈਟੀਸਫਾਈਜ਼ ਦੀ ਹੋਲ ਐਪਲੀਕੇਸ਼ਨ ਪ੍ਰੋਸੈਸ ਗਵਰਨਮੈਂਟ ਖੁਸ਼ ਹੈ ਸਰਕਾਰ ਨੇ ਅਪਰੂਵ ਕਰ ਦਿੱਤੀ ਹੈ ਹੁਣ ਇਹ ਤੋਂ ਬਾਅਦ ਕੀ ਪ੍ਰੋਸੈਸ ਨੇ ਵਾਂਸ ਯੋਰ ਐਪਲੀਕੇਸ਼ਨ ਹੈਜ਼ ਬੀਨ ਅਪਰੂਵਡ ਸੋ ਇੱਕ ਵਾਰੀ ਰੈਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ ਨੇ ਆਪਣੀ ਜਜਮੈਂਟ ਦੇ ਦਿੱਤੀ ਵੀ ਤੁਸੀਂ ਹੁਣ ਪ੍ਰੋਟੈਕਟਡ ਪਰਸਨ ਇਹਦਾ ਮਤਲਬ ਹੁਣ ਤੁਸੀਂ ਪਰਮਨੈਂਟ ਰੈਜ਼ੀਡੈਂਸ ਦੀ ਐਪਲੀਕੇਸ਼ਨ ਪਾ ਸਕਦੇ ਓਕੇ ਸੋ ਉਸ ਤੋਂ ਬਾਅਦ ਤੁਹਾਨੂੰ IRCC ਨੂੰ ਤੁਹਾਡੀ ਐਪਲੀਕੇਸ਼ਨ ਜਾਓ ਵੀ ਹਾਂਜੀ ਹੁਣ ਤੁਸੀਂ ਸਾਨੂੰ ਪਰਮਨੈਂਟ ਰੈਜ਼ੀਡੈਂਸ ਦੇ ਦਿਓ ਬਿਕਾਜ਼ ਮੈਨੂੰ ਰੈਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ ਨੇ ਸਾਨੂੰ ਪ੍ਰੋਟੈਕਟਡ ਪਰਸਨ ਸਟੇਟਸ ਦੇ ਦਿੱਤਾ ਜੀ ਸੋ ਉਹ ਪ੍ਰੋਸੈਸ ਚੱਲੂਗੀ ਫਿਰ ਤੁਹਾਨੂੰ ਆਪਣੇ ਪਾਸਪੋਰਟ ਕ੍ਰਿਮੀਨਲ ਰੈਕੋਰਡ ਚੈੱਕ ਉਹ ਜਿਹੜੇ ਡਾਕੂਮੈਂਟ ਤੁਹਾਨੂੰ ਦੇਣੇ ਪੈਣੇ ਆ ਫੈਮਿਲੀ ਡਾਕੂਮੈਂਟਸ ਉਹ ਸਬਮਿਟ ਕਰਨੇ ਪੈਂਦੇ ਉਹ ਡਾਕੂਮੈਂਟ ਬੇਸ ਤੇ ਉਹਨਾਂ ਨੇ IRCC ਨੇ ਫਿਰ ਦੇਖਣਾ ਵੀ ਹਾਂ ਇਹ ਕੁਆਲੀਫਾਈ ਕਰਦੇ ਆ ਇਹਨਾਂ ਦਾ ਕੋਈ ਹੋਰ ਐਕਸੈਪਸ਼ਨ ਹੈ ਕਿ ਨਹੀਂ ਹੈ ਜੀ ਸੋ ਈਵਨ ਆਫਟਰ ਪ੍ਰੋਟੈਕਟਡ ਪਰਸਨ ਸਟੇਟਸ ਫਿਰ ਵੀ ਇੱਕ ਫॉर ਐਗਜ਼ਾਮਪਲ ਇੱਕ ਕੇਸ ਆਇਆ ਇੱਕ ਲੇਡੀ ਨੂੰ ਪ੍ਰੋਟੈਕਟਡ ਪਰਸਨ ਸਟੇਟਸ ਮਿਲ ਗਿਆ ਜੀ ਉਹਨੇ ਆਪਣਾ ਕੀ ਕਹਿੰਦੇ ਆ ਪਰਮਨੈਂਟ ਰੈਜ਼ੀਡੈਂਸ ਵੀ ਮਿਲ ਗਿਆ ਪਰ 3 ਸਾਲ ਬਾਅਦ ਇਮੀਗ੍ਰੇਸ਼ਨ ਆਫਿਸਰ ਨੇ ਜਦੋਂ ਪ੍ਰੋਸੈਸ ਕਰ ਰਹੇ ਸੀ ਐਪਲੀਕੇਸ਼ਨ ਦੇਖਿਆ ਵੀ ਇਸ ਲੇਡੀ ਨੇ ਆਪਣਾ ਨਾਂ ਗਲਤ ਦਿੱਤਾ ਜੀ ਆਪਣੇ ਜਿਹੜਾ ਡਿਵੋਰਸ ਹੋਇਆ ਹਸਬੰਡ ਨਾਲ ਉਹ ਬਾਰੇ ਨਹੀਂ ਦੱਸਿਆ ਜੀ
ਤੁਸੀਂ ਇਮੀਗ੍ਰੇਸ਼ਨ ਨੂੰ ਬਿਲਕੁਲ ਨਹੀਂ ਝੂਠ ਬੋਲ ਸਕਦੇ। ਜੀ ਜੇ ਝੂਠ ਬੋਲੋ ਉਹਨੂੰ ਕਹਿੰਦੇ ਮਿਸਰੈਪ੍ਰੈਜ਼ੈਂਟੇਸ਼ਨ ਤੁਸੀਂ ਕੀਤੀ ਆ ਤੇ ਤੁਹਾਨੂੰ ਇੱਕਦਮ ਬੈਨ ਕਰ ਸਕਦੇ ਆ। ਸੋ ਬਹੁਤ ਇੰਪੋਰਟੈਂਟ ਵੀ ਤੁਸੀਂ ਸੱਚ ਬੋਲੋ। ਨਾਓ ਇਸ ਲੇਡੀ ਦਾ ਜਿਹੜਾ ਪਿਛਲਾ ਗਲਤੀ ਨਾਲ ਜਾਂ ਉਹਦਾ ਝੂਠ ਬੋਲ ਹੋ ਗਿਆ ਜਾਂ ਗਲਤੀ ਹੋ ਗਈ, ਇਮੀਗ੍ਰੇਸ਼ਨ ਆਫਿਸਰ ਨੇ ਦੇਖਿਆ ਵੀ ਇਹ ਇਨਫੋਰਮੇਸ਼ਨ ਮੈਚ ਨਹੀਂ ਹੋ ਰਹੀ ਜੀ ਈਵਨ ਦੋ ਉਹਨੂੰ ਪ੍ਰੋਟੈਕਟਿਡ ਪਰਸਨ ਸਟੇਟਸ ਮਿਲ ਗਿਆ। ਸੋ ਹੁਣ ਉਹ ਗਵਰਨਮੈਂਟ ਨੇ ਐਪਲੀਕੇਸ਼ਨ ਕਰਨਾ ਜੀ ਮਿਨਿਸਟਰ ਨੇ ਵੀ ਇਸ ਨੂੰ ਅਸੀਂ ਇਹਦਾ ਪ੍ਰੋਟੈਕਟਿਡ ਪਰਸਨ ਸਟੇਟਸ ਇਹਦੀ ਪਰਮਨੈਂਟ ਰੈਜ਼ੀਡੈਂਸ ਵਿਡਰਾ ਕਰਨੀ। ਜੀ ਸੋ ਈਵਨ ਆਫਟਰ ਤੁਹਾਨੂੰ ਪ੍ਰੋਟੈਕਟਿਡ ਪਰਸਨ ਸਟੇਟਸ ਦੇ ਦਿੱਤਾ ਉਸ ਤੋਂ ਬਾਅਦ ਵੀ ਵਿਡਰਾ ਕਰ ਸਕਦੇ ਹੋ। ਰਾਈਟਸ ਹੈ ਗਵਰਨਮੈਂਟ ਕੋਲੇ ਕਿ ਬਿਲਕੁਲ। ਆਪਣਾ ਡਿਸੀਜਨ ਉਹ ਵਾਪਸ ਲੈ ਸਕਦੇ ਨੇ। ਠੀਕ ਹੈ, ਮਤਲਬ ਇੱਕ ਹੋਰ ਕੁਐਸਚਨ ਜਿਹੜਾ ਤੁਹਾਡੇ ਆਨਸਰ ਚ ਮੈਨੂੰ ਲੱਗ ਰਿਹਾ ਹੈ ਕਿ ਮੈਨੂੰ ਪੁੱਛਣਾ ਚਾਹੀਦਾ ਉਹ ਇਹ ਹੈ ਕਿ ਤੁਹਾਡੀ ਐਪਲੀਕੇਸ਼ਨ ਅਪਰੂਵ ਹੋ ਗਈ, ਉਹ ਤੋਂ ਬਾਅਦ ਤੁਸੀਂ ਪੀਆਰ ਦੇ ਲਈ ਆਪਣੀ ਫਾਈਲ ਅੱਗੇ ਪਾ ਦਿੱਤੀ ਹੈ। ਸੋ देयर इज अ ਸਰਟਨ ਪੀਰੀਅਡ ਆਫ ਟਾਈਮ ਜੋ ਤੁਹਾਨੂੰ ਪੀਆਰ ਮਿਲਣ ਤੱਕ ਵਿੱਚ ਹੈ। ਕੀ ਉਸ ਟਾਈਮ ਦੇ ਵਿੱਚ ਰੈਫਿਊਜੀਜ਼ ਆਰ ਅਲਾਉਡ ਟੂ ਵਰਕ ਐਂਡ ਅਰਨ देयर ਲਿਵਿੰਗ ਹੇਅਰ? ਹਾਂਜੀ ਰਸ਼ਮੀ, ਦੈਟਸ ਅ ਵੈਰੀ ਇੰਪੋਰਟੈਂਟ ਕੁਐਸਚਨ ਭੁੱਲ ਗਿਆ ਤੁਹਾਨੂੰ ਦੱਸਣੇ ਦਾ। ਸੋ ਜਦੋਂ ਤੁਸੀਂ ਪਹਿਲਾਂ ਐਪਲੀਕੇਸ਼ਨ ਪਾਣੀ ਆ ਬੇਸਿਸ ਆਫ ਕਲੇਮ ਪਾ ਦਿੱਤਾ ਜੀ, ਇਮੀਗ੍ਰੇਸ਼ਨ ਸੀਬੀਐਸਈ ਆਫਿਸਰ ਨੇ ਦੇਖਣਾ ਵੀ ਹਾਂਜੀ ਠੀਕ ਆ ਇਹਦਾ ਕ੍ਰਾਈਟੇਰੀਆ ਮਿਲਦਾ ਆ, ਤੁਸੀਂ ਐਲੀਜੀਬਲ ਹੈਗੇ ਆ ਅਪਲਾਈ ਕਰਨ ਨੂੰ ਰੈਫਿਊਜੀ। ਉਸ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲ ਸਕਦੀ ਹੈ, ਤੁਹਾਨੂੰ ਮੈਡੀਕਲ ਹੈਲਪ ਮਿਲੂਗੀ ਤੇ ਤੁਹਾਨੂੰ ਹੋਰ ਸੋਸ਼ਲ ਅਸਿਸਟੈਂਸ ਮਿਲ ਸਕਦੀ ਹੈ। ਸੋ ਤੁਸੀਂ ਕੰਮ ਕਰ ਸਕਦੇ ਆ, ਤੁਸੀਂ ਆਪਣਾ ਮੈਡੀਕਲ ਲੈ ਸਕਦੇ ਆ ਤੇ ਤੁਸੀਂ ਪੜ੍ਹ ਵੀ ਸਕਦੇ ਆ ਜੇ ਪੜ੍ਹਨਾ। ਸੋ ਕਈ ਰੈਫਿਊਜੀ ਹੈਗੇ ਆ ਜਿਹੜੇ ਗਵਰਨਮੈਂਟ ਪਹਿਲਾਂ ਅਪਰੂਵ ਕਰ ਦਿੰਦੇ। ਫੋਰ ਐਗਜ਼ਾਮਪਲ ਅਫਗਾਨਿਸਤਾਨ ਤੋਂ ਕਈ ਆਏ ਆ ਜਾਂ ਸੀਰੀਆ ਤੋਂ ਕਈ ਆਏ ਆ, ਉਹ ਆਟੋਮੈਟਿਕਲੀ ਓਵਰਸੀਜ਼ ਪਹਿਲਾਂ ਹੀ ਅਸੈਸ ਕੀਤਾ ਹੁੰਦਾ ਵੀ ਇਹ ਕੁਆਲੀਫਾਈ ਕਰਦੇ। ਸੋ ਆਟੋਮੈਟਿਕਲੀ ਜਦੋਂ ਆਉਂਦੇ ਆ ਕੈਨੇਡਾ ਉਹਨਾਂ ਨੂੰ ਸਾਰੇ ਗਵਰਨਮੈਂਟ ਹੈਲਪ ਕਰਦੀ ਆ ਜੀ। ਪਰ ਜਿਹੜੇ ਆਮ ਰੈਫਿਊਜੀ ਆ ਉਹ ਬਿਲਕੁਲ ਕੰਮ ਕਰ ਸਕਦੇ ਆ, ਪੜ੍ਹਾਈ ਕਰ ਸਕਦੇ ਆ, ਉਹਨਾਂ ਨੂੰ ਮੈਡੀਕਲ ਹੈਲਪ ਮਿਲਦੀ ਆ ਤੇ ਉਹਨਾਂ ਨੂੰ ਹੋਰ ਵੀ ਅਸਿਸਟੈਂਸ ਮਿਲ ਸਕਦੀ, ਸੋਸ਼ਲ ਅਸਿਸਟੈਂਸ ਵੀ ਮਿਲ ਸਕਦੀ। That's a very good point and relevant for those who are trying to apply for this application. Yes. ਚਲੋ ਇਹ ਤਾਂ ਆਪਾਂ ਕਰ ਲਿਆ ਇੱਕ ਪੋਜ਼ਿਟਿਵ ਪੁਆਇੰਟ ਆਫ View ਤੋਂ, ਠੀਕ ਹੈ। ਹੁਣ ਲੇਕਿਨ ਆਪਾਂ ਦੇਖਿਆ ਹੈ ਕਿ ਕੈਨੇਡੀਅਨ ਇਮੀਗ੍ਰੇਸ਼ਨ 'ਚ ਬਹੁਤ ਸਾਰੇ ਅਪਸ ਐਂਡ ਡਾਊਨਸ ਆਉਂਦੇ ਆ, ਐਪਲੀਕੇਸ਼ਨਸ ਰਿਜੈਕਟ ਹੁੰਦੀਆਂ ਨੇ, ਚਾਹੇ ਉਹ ਸਟੂਡੈਂਟ ਦੀਆਂ ਨੇ, ਚਾਹੇ ਵਰਕ ਪਰਮਿਟਸ ਹੈ, ਪੀਆਰ ਤੇ ਲੋਕ ਆ ਰਹੇ ਨੇ, ਈਵਨ ਟੂਰਿਸਟ ਵੀਜ਼ਾਸ ਆਫ ਕੋਰਸ। what happens ਜਦੋਂ ਰੈਫਿਊਜੀ ਦੇ ਕੇਸ ਵਿੱਚ ਕੋਈ ਐਪਲੀਕੇਸ਼ਨ ਰਿਜੈਕਟ ਹੁੰਦੀ ਹੈ, ਉਹ ਤੋਂ ਬਾਅਦ ਕੀ ਪ੍ਰੋਸੈਸ ਨੇ? ਹਾਂਜੀ, ਸੋ ਲੈਟਸ ਸੇ ਪਹਿਲੇ ਸਟੇਜ ਤੇ ਜਦੋਂ ਸੀਬੀਐਸਈ ਆਫਿਸਰ ਪਹਿਲਾਂ ਤੁਹਾਡੀ ਐਪਲੀਕੇਸ਼ਨ ਦੇਖਦੇ ਆ, ਉਹਨਾਂ ਨੇ ਕਹਿਣਾ ਤੁਸੀਂ ਐਲੀਜੀਬਲ ਨਹੀਂ ਹੋ ਅਪਲਾਈ ਕਰਨ ਨੂੰ। ਇਹਦਾ ਮਤਲਬ ਹੁਣ ਤੁਸੀਂ ਰੈਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ ਦੇ ਨਹੀਂ ਜਾਓਗੇ, ਤੁਸੀਂ ਇਮੀਗ੍ਰੇਸ਼ਨ ਡਿਵੀਜ਼ਨ ਦੇ ਜਾਓਗੇ। ਸੇਮ ਟ੍ਰਾਈਬਿਊਨਲ ਦੇ ਹੈਗੀ ਡਿਵੀਜ਼ਨ, ਤੁਸੀਂ ਹੁਣ ਸ਼ੋ ਕਰਨਾ ਵੀ ਤੁਸੀਂ ਕਿਉਂ ਐਡਮਿਸਿਬਲ ਹੈਗੇ ਕੈਨੇਡਾ। ਜੀ ਹੋ ਸਕਦਾ ਵੀ ਕੋਈ ਤੁਸੀਂ ਝੂਠ ਬੋਲਿਆ ਜਾਂ ਕੋਈ ਤੁਹਾਡਾ ਕ੍ਰਿਮੀਨਲ ਰੈਕੋਰਡ ਹੈਗਾ ਪਿੱਛੇ ਜਾਂ ਹੋਰ ਵੀ ਕੁਝ ਚੀਜ਼ ਹੋ ਸਕਦੀ ਜਿਹੜੇ ਬੇਸ ਤੇ ਕਹਿਣ ਵੀ ਤੁਸੀਂ ਐਲੀਜੀਬਲ ਨਹੀਂ। ਫੋਰ ਐਗਜ਼ਾਮਪਲ ਤੁਸੀਂ ਜਰਮਨੀ ਪਹਿਲਾਂ ਗਏ, ਇੰਗਲੈਂਡ ਗਏ, ਉੱਥੇ ਅਪਲਾਈ ਕਰਨਾ ਚਾਹੀਦਾ ਸੀ। ਹਾਂਜੀ, ਸੋ ਉਹਨਾਂ ਨੇ ਕਹਿਣਾ ਵੀ ਅਸੀਂ ਤੁਹਾਨੂੰ ਐਲੀਜੀਬਲ ਨਹੀਂ ਕਹਿਣਾ ਜਿੰਨਾ ਚਿਰ ਤੁਸੀਂ ਪ੍ਰੂਵ ਨਾ ਕਰੋ ਵੀ ਹਾਂ ਤੁਸੀਂ ਇਸ ਬੇਸ ਤੇ ਅਪਲਾਈ ਕਰ ਸਕਦੇ ਜੀ। ਸੋ ਤੁਸੀਂ ਇਮੀਗ੍ਰੇਸ਼ਨ ਡਿਵੀਜ਼ਨ ਦੇ ਸਾਹਮਣੇ ਫਿਰ ਪੇਸ਼ ਕਰੋਗੇ ਐਵੀਡੈਂਸ, ਉੱਥੇ ਹੀਅਰਿੰਗ ਹੋਊਗੀ। ਹਾਂਜੀ, ਲੈਟਸ ਸੇ ਤੁਸੀਂ ਜਿੱਤ ਗਏ, ਫਿਰ ਤੁਸੀਂ ਵਾਪਸ ਰੈਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ 'ਚ ਆਓ, ਫਿਰ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਕਰਨਗੇ। ਜੇ ਤੁਹਾਡੀ ਰਿਜੈਕਟ ਹੋ ਗਈ, ਰੈਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ ਕਹਿਣ ਵੀ ਅਸੀਂ ਤੁਹਾਡੀ ਕ੍ਰੈਡੀਬਿਲਿਟੀ ਨਹੀਂ ਮੰਨਦੇ, ਇਹਦਾ ਮਤਲਬ ਤੁਹਾਡੀ ਕਹਾਣੀ ਅਸੀਂ ਨਹੀਂ ਮੰਨਦੇ, ਠੀਕ ਨਹੀਂ ਹੋ, ਸਹੀ ਨਹੀਂ ਹੋ, ਵਿੱਚ ਗਲਤੀਆਂ, ਵਿੱਚ ਨੁਕਸ ਆ, ਫਿਰ ਔਰ ਜੇ ਕਹਿ ਸਕਦੇ ਚਲੋ ਅਸੀਂ ਤੁਹਾਡੀ ਮੰਨਦੇ ਕਹਾਣੀ, ਤੁਹਾਨੂੰ ਖਤਰਾ ਸੀਗਾ ਪੰਜਾਬ ਪਰ ਤੁਸੀਂ ਦਿੱਲੀ ਜਾ ਕੇ ਰਹਿ ਸਕਦੇ, ਜਾਂ ਤੁਸੀਂ ਬੰਗਾਲ ਜਾ ਕੇ ਰਹਿ ਸਕਦੇ, ਜਾਂ ਤੁਸੀਂ ਹੋਰ ਕਿਤੇ ਜਾ ਕੇ ਰਹਿ ਸਕਦੇ, ਇਹਨੂੰ ਕਹਿੰਦੇ ਆ ਇੰਟਰਨਲ ਫਲਾਈਟ ਅਲਟਰਨੇਟਿਵ। ਇਹਦਾ ਮਤਲਬ ਸੇਮ ਮੁਲਕ ਦੇ ਵਿੱਚ ਤੁਹਾਨੂੰ ਬਚਾਅ ਹੈਗੀ ਆ ਹੋਰ ਕਿਸੇ ਜਗ੍ਹਾ, ਹੋਰ ਕਿਸੇ ਸਟੇਟ। ਸੋ ਇਹ ਦੋ ਚੀਜ਼ਾਂ ਟੈਸਟ ਹੁੰਦੀਆਂ ਵੀ ਤੁਹਾਡੀ ਕ੍ਰੈਡੀਬਿਲਿਟੀ ਹੈਗੀ ਆ ਐਪਲੀਕੇਸ਼ਨ। ਸੈਕੰਡ ਚੀਜ਼ ਵੀ ਤੁਹਾਡੀ ਸੇਮ ਮੁਲਕ 'ਚ ਪ੍ਰੋਟੈਕਸ਼ਨ ਹੈ ਜਾਂ ਨਹੀਂ। ਜੇ ਤੁਸੀਂ ਹਾਰ ਜਾਓ ਉਸ ਸਟੇਜ ਤੇ, ਬੋਥ ਸਪੇਸ ਜਾਂ ਵਨ, ਫਿਰ ਤੁਸੀਂ ਰੈਫਿਊਜੀ ਅਪੀਲ ਡਿਵੀਜ਼ਨ ਤੇ ਅਪੀਲ ਕਰ ਸਕਦੇ। ਸੋ ਵਿਦਿਨ 15 ਡੇਜ਼ ਤੁਹਾਨੂੰ ਅਪੀਲ ਕਰਨਾ ਪੈਂਦਾ ਉਸ ਡਿਵੀਜ਼ਨ ਨੂੰ। ਫਿਰ ਤੁਹਾਡੀ ਉੱਥੇ ਯੂਜੂਅਲੀ ਸਿਰਫ ਪੇਪਰਾਂ ਤੇ ਹੀਅਰਿੰਗ ਹੁੰਦੀ ਜੀ। ਸੋ ਤੁਹਾਡੇ ਕਾਉਂਸਲ ਨੇ ਅਪੀਲ ਤਿਆਰ ਕਰਨੀ,
ਤੇ ਉਹਨਾਂ ਨੂੰ ਪੇਸ਼ ਕਰਨਾ ਵੀ ਕਿਉਂ ਰੈਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ ਨੇ ਗਲਤ ਜੀ। ਫੈਸਲਾ ਕੀਤਾ। ਜੀ ਉਸ ਤੋਂ ਬਾਅਦ ਜੇ ਉੱਥੇ ਵੀ ਹਾਰੋ ਫਿਰ ਤੁਹਾਨੂੰ ਫੈਡਰਲ ਕੋਰਟ ਜਾਣਾ ਪੈਂਦਾ, ਪਰ ਉੱਥੇ ਤੁਹਾਨੂੰ ਲੀਵ ਲੈ ਕੇ ਫੈਡਰਲ ਕੋਰਟ ਦੀ ਸ਼ੋਅ ਕਰਨਾ ਪੈਂਦਾ ਵੀ ਇਹਨਾਂ ਨੇ ਲੀਗਲ ਬੇਸ ਤੇ ਕੀ ਗਲਤੀ ਜੀ। ਕੀਤੀ ਰੈਫਿਊਜੀ ਅਪੀਲ ਡਿਵੀਜ਼ਨ ਨੇ, ਵੀ ਉਸ ਬੇਸ ਤੇ ਸਾਡੀ ਅਪੀਲ ਅਲਾਉ ਹੋਣੀ ਚਾਹੀਦੀ। ਜੀ ਸੋ ਅਪੀਲ ਦਾ ਪ੍ਰੋਸੈਸ ਹੈ। ਜੀ ਬਿਲਕੁਲ ਕਾਫੀ ਰੈਲੇਵੈਂਟ ਪੁਆਇੰਟਸ ਆਪਾਂ ਅੱਜ ਡਿਸਕਸ ਕਰ ਲੈਨੇ, ਪਰ ਜੇ ਆਪਾਂ ਵੀ ਕੀਪ ਗੋਇੰਗ ਇਟਸ ਅ ਵੈਰੀ ਡੀਪ ਟੌਪਿਕ ਐਂਡ ਆਈ ਐਮ ਸ਼ੋਰ ਆਪਣੇ ਕੋਲੇ ਹਾਲੇ ਬਹੁਤ ਐਸਪੈਕਟਸ ਨੇ ਡਿਸਕਸ ਕਰਨ ਲਈ। ਹਾਂਜੀ ਬਿਲਕੁਲ ਜੀ। ਰੈਫਿਊਜੀ ਜਿਹੜੇ ਪ੍ਰੋਸੈਸ ਲਾਈਕ ਆਈ ਸੈਡ 117 ਮਿਲੀਅਨ ਰੈਫਿਊਜੀਜ਼ ਇਹ ਦੁਨੀਆ 'ਚ, ਹਾਂਜੀ 42% ਉਹ ਹੈਗੇ 18 ਸਾਲ ਤੋਂ ਨੀਚੇ। ਜੀ ਸੋ ਇਸ ਦੁਨੀਆ 'ਚ ਅਨਫੋਰਚੂਨਟਲੀ ਕੋਈ ਲੜਾਈਆਂ ਕਰਕੇ, ਕੋਈ ਪੋਲਿਟਿਕਸ ਕਰਕੇ, ਕੋਈ ਗਵਰਨਮੈਂਟ ਕਰਕੇ ਬਹੁਤ ਹੀ ਸਿਚੁਏਸ਼ਨ ਜਿਹੜੇ ਈਵਨ ਮੁਲਕਾਂ ਦੇ ਵਿੱਚ ਲੋਕੀ ਡਿਸਪਲੇਸ ਹੋਏ ਪਏ ਨੇ, ਉਹਨਾਂ ਦੇ ਅਗੇਂਸਟ ਡਿਸਕ੍ਰਿਮੀਨੇਸ਼ਨ ਹੈ। ਸੋ ਬਹੁਤ ਹੀ ਦੁਨੀਆ ਹੈਗੀ ਇਸ ਸਿਚੁਏਸ਼ਨ ਜਿਹੜੇ ਰੈਫਿਊਜੀ ਹੈ। ਜੀ ਸੋ ਇਹ ਪ੍ਰੋਸੈਸ ਰੈਫਿਊਜੀ ਪ੍ਰੋਸੈਸ ਸਾਰੀ ਦੁਨੀਆ ਚੱਲਦੀ, ਇੰਗਲੈਂਡ ਚੱਲਦੀ ਹੈ, ਯੂਰਪ ਚੱਲਦੀ ਹੈ, ਨਾਰਥ ਅਮਰੀਕਾ ਚੱਲਦੀ ਹੈ, ਸੋ ਬਹੁਤ ਮੁਲਕਾਂ 'ਚ ਚੱਲਦੀ ਹੈ। ਜੀ ਜ਼ਰੂਰੀ ਹੈ ਇਹਨਾਂ ਦੀ ਸਿਚੁਏਸ਼ਨ ਸਮਝਣਾ ਵੀ ਇਹ ਕਿਉਂ ਨੇ ਇੱਥੇ, ਕਿਸ ਤਰ੍ਹਾਂ ਪਹੁੰਚੇ ਨੇ। ਬਿਲਕੁਲ ਕੁਲਦੀਪ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਅੱਜ ਸਾਡੇ ਕੋਲੇ ਬਸ ਇੰਨਾ ਹੀ ਟਾਈਮ ਹੈ। ਬਸ ਹਾਲਾਂਕਿ ਸਵਾਲ ਬਹੁਤ ਨੇ, ਬਟ ਆਈ ਐਮ ਸ਼ੋਰ ਅਸੀਂ ਆਪਣੇ ਨੈਕਸਟ ਐਪੀਸੋਡ ਵਿੱਚ ਉਹਨਾਂ ਵੱਲ ਵਧਾਂਗੇ ਐਂਡ ਵੀ ਗੋਨਾ ਗੈਟ ਟੂ ਦ ਡੈਪਥ ਆਫ ਦਿਸ ਟੌਪਿਕ। ਬਹੁਤ ਚੰਗਾ ਲੱਗਿਆ ਤੁਸੀਂ ਸਾਡੇ ਸਟੂਡੀਓ ਵਿੱਚ ਆਏ। ਥੈਂਕ ਯੂ ਫॉर ਹੈਵਿੰਗ ਮੀ। ਤੇ ਅੱਜ ਦੇ ਸਾਡੇ ਇਸ ਖਾਸ ਐਪੀਸੋਡ ਵਿੱਚ ਬਸ ਇੰਨਾ ਹੀ। ਦੇਸ਼ ਵਿਦੇਸ਼ ਦੀਆਂ ਤਾਜ਼ੀ ਜਾਣਕਾਰੀਆਂ ਅਤੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ।